जी आए ਨੂੰ ਪਿਆਰੇ ਵਿਦਿਆਰਥੀਓ 11th 12th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 17 ਨਿਊਜ਼ਪੇਪਰ ਹੈਡਲਾਈਨਸ। ਸੋ ਅਗਲੀਆਂ 5 ਐਕਸਰਸਾਈਜ਼ਸ 11 to 15 ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਵੀਡੀਓ ਨੂੰ ਐਕਸਪਲੇਨੇਸ਼ਨ ਦੇ ਲਈ ਬੜੇ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। Explain the following newspaper headlines in 15 to 20 words। ठीक है, सो मैं दो ਇਹਦੇ ਲਿਖ ਦਿੱਤੇ ਨੇ ਤੁਹਾਡੀ ਸਹੂਲਤ ਲਈ। ਇਹਨਾਂ ਤੋਂ ਪ੍ਰੇਰਨਾ ਲੈ ਕੇ ਤੁਸੀਂ ਵੀ ਆਪਣੇ ਢੰਗ ਦੇ ਨਾਲ ਸੈਂਟੈਂਸਸ ਨੂੰ ਰੀਫਰੇਜ਼ ਕਰਕੇ ਲਿਖਣ ਦਾ ਅਭਿਆਸ ਕਰੋ। ਸੋ 11ਵੀਂ ਜਿਹੜੀ ਹੈਡਲਾਈਨ ਹੈ ਬੱਚੋ ICSE ਕਲਾਸ 10, +2 ਪਾਸ ਮਾਰਕਸ ਲੋਅਰਡ। ਹੁਣ ICSE ਦਾ ਕੀ ਮਤਲਬ ਹੈ ਬੱਚਿਓ? ICSE ਦਾ ਫੁੱਲ ਫਾਰਮ ਹੈਗੀ ਹੈ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ। ਜਿੱਦਾਂ PSEB ਕੀ ਹੈਗਾ ਪੰਜਾਬ ਸਟੇਟ ਐਜੂਕੇਸ਼ਨ ਬੋਰਡ, CBSE ਕੀ ਹੈਗਾ ਸੈਕੰਡਰੀ ਬੋਰਡ ਆਫ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ। ਸੋ ICSE ਦਾ ਮਤਲਬ ਹੈ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ। ਸੋ 10ਵੀਂ ਕਲਾਸ ਕਲਾਸ 10 ਤੇ +2 ਦਾ ਮਤਲਬ ਕੀ ਹੈ 10 ਜਮਾਂ ਤੋਂ 12ਵੀਂ ਕਲਾਸ। ਇਹ ਦੋ ਕਲਾਸਾਂ ਜ਼ਿਆਦਾਤਰ ਬੋਰਡ ਦੀਆਂ ਹੁੰਦੀਆਂ ਨਾ, ਇਹ ਪੇਪਰ ਬੋਰਡ ਦੇ ਹੁੰਦੇ। ਸੋ 10ਵੀਂ ਅਤੇ 12ਵੀਂ ਦੇ ਪਾਸ ਮਾਰਕਸ ਜਿਹੜੇ ਨੇ ਲੋਅਰ ਥੱਲੇ ਕਰ ਦਿੱਤੇ ਗਏ, ਘਟਾ ਦਿੱਤੇ ਗਏ। ਠੀਕ ਹੈ, ਸੋ ਇਹਨੂੰ ਇੱਦਾਂ ਲਿਖ ਸਕਦੇ ਹਾਂ ਦੋ ਤਰੀਕਿਆਂ ਨਾਲ। The ICSE board has reduced the pass percentage for class 10 and 12 examinations from the 2015-16 academic session। अर्थात 2015-16 ਦੇ ਐਕੈਡਮਿਕ ਸੈਸ਼ਨ ਤੋਂ ICSE ਬੋਰਡ ਨੇ 10ਵੀਂ ਅਤੇ 12ਵੀਂ ਦੇ ਪੇਪਰਾਂ ਦੀ ਪਾਸ ਹੋਣ ਦੀ ਜੋ ਪਰਸੈਂਟੇਜ ਹੈ ਉਹ ਘਟਾ ਦਿੱਤੀ ਹੈ। ਤੇ ਕਾਹਦੇ ਲਈ? ਟੂ ਬ੍ਰਿੰਗ ਪੈਰਿਟੀ ਹੁੰਦੀ ਬਰਾਬਰਤਾ, ਇੱਕ ਸੁਰਤਾ ਲਿਆਉਣ ਲਈ। ਵਿਦ ਦੀ ਮਾਰਕਿੰਗ ਸਿਸਟਮ ਆਫ ਅਦਰ ਬੋਰਡਸ, ਦੂਜੇ ਬੋਰਡਾਂ ਦੇ ਨਾਲ ਜਿਹੜੇ ਹੋਰ ਬੋਰਡ ਹੈਗੇ ਨੇ ਜਿੱਦਾਂ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਹੈ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਹੈ, ਉਹਨਾਂ ਦਾ ਜੋ ਪਾਸ ਕਰਨ ਦਾ ਜੋ ਆਪਣੀ ਪਾਸ ਮਾਰਕਸ ਦੀ ਲਿਮਿਟ ਹੈਗੀ ਹੈ ਵੀ ਇੰਨੇ % ਵਾਲਾ ਬੱਚਾ ਪਾਸ ਹੋਏਗਾ, ਇਹ ਤੋਂ ਥੱਲੇ ਨੰਬਰ ਲੈਣ ਵਾਲਾ ਫੇਲ ਹੋਏਗਾ, ਉਹਦੇ ਬਰਾਬਰ ਲਿਆਉਣ ਲਈ, ਉਹਦੀ ਪੈਰਿਟੀ ਉਹਨਾਂ ਇੱਕ ਸੁਰਤਾ ਲਿਆਉਣ ਲਈ ਇਹ ਕੰਮ ਕੀਤਾ ਹੈ। ਠੀਕ ਹੈ, ਤੇ ਇੱਕ ਹੈਡਲਾਈਨ ਐਕਸਪਲੇਨੇਸ਼ਨ ਇੱਦਾਂ ਹੋ ਜਾਏਗੀ। ਦੂਜਾ ਤਰੀਕਾ ਹੈਗਾ The ICSE board has lowered the pass marks from 36% to, ਇੱਥੇ ਇਹ ਨਹੀਂ ਆਏਗਾ ਬੱਚਿਓ, ਟਾਈਪਿੰਗ 'ਚ ਗਲਤੀ ਹੋ ਜਾਂਦੀ ਹੈ ਕਈ ਵਾਰ, from 36% to 33%। ਅਰਥਾਤ ਪਹਿਲਾਂ ICSE ਬੋਰਡ ਵਿੱਚ 36% ਵਾਲਾ ਪਾਸ ਮੰਨਿਆ ਜਾਂਦਾ ਸੀਗਾ, ਪਰ 33% ਵਾਲਾ ਸੀ ਆਪਣਾ PSEB ਹੈਗਾ ਸੀ, ਉਹਨਾਂ ਨੇ 36% to 33% ਕਰ ਦਿੱਤਾ ਹੈ ਪਾਸ ਹੋਣ ਲਈ 10ਵੀਂ ਲਈ। 10ਵੀਂ 'ਚ ਫॉर क्लास 10 स्टूडेंट्स and from 40% to 35% for class 12 students with effect from 2019 ਤੋਂ। ਇਹ ਬੱਚੋ ਇਹ ਡੇਟਾ ਇਹ ਮੈਂ ਆਪਣੇ ਨਾਲ ਲਿਖੀਆਂ, ਤੁਸੀਂ ਕੁਝ ਵੀ ਲਿਖ ਸਕਦੇ ਹੋ। ਅਸੀਂ ਹੈਡਲਾਈਨ ਦੀ ਐਕਸਪਲੇਨੇਸ਼ਨ ਦੇਣੀ ਔਰ ਐਕਸਪੈਂਸ਼ਨ ਕਰਨਾ। ਇੱਥੇ ਮੈਂ 2015-16 ਲਿਖਿਆ, ਇੱਥੇ 2019 ਲਿਖਿਆ। ਇਹ ਗੱਲਾਂ ਸਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈਗੀ। ਅਸੀਂ ਇਹ ਦੇਖਣਾ ਵੀ ਇਹ ਜਿਹੜੀ ਗੱਲ ਹੈਗੀ ਏ ਇਹਦਾ ਮਤਲਬ ਕੀ ਹੈ। 10ਵੀਂ ਦੀ ਗੱਲ ਕੀਤੀ ਹੈ ਤੇ +2 ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਪਾਸ ਮਾਰਕਸ ਰਿਡਿਊਸ ਕਰ ਦਿੱਤੇ ਨੇ। ਸੋ ਇਹ 36, 33, 40, 35 ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ। ਇਹ ਜਿਹੜਾ ਪਹਿਲਾ ਹੈਗਾ ਜਿੱਦਾਂ ਇਹ ਜੇ ਤੁਸੀਂ ਲਿਖ ਦਿੱਤਾ ਤੇ ਇਹ ਵੀ ਠੀਕ ਹੈ। ਤੇ ਇਹਦੇ ਵਿੱਚ ਤੁਸੀਂ ਆਪਣਾ, ਸਾਨੂੰ ਪਤਾ ਹੀ ਹੁੰਦਾ ਬੱਚਿਆਂ ਨੂੰ ਪਾਸ ਮਾਰਕਸ ਕੀ ਹੈਗੇ ਨੇ। ਸੋ ਇੱਥੇ 36, 37 ਕਰ ਦਿਓ ਤੇ 33 ਕਰ ਦਿਓ, ਇੱਥੇ 40 ਲਿਖ ਦਿੱਤਾ ਤੇ 35 ਕਰ ਦਿੱਤਾ। ਸੋ ਉਹ ਕੋਈ ਫਰਕ ਨਹੀਂ ਪੈਂਦਾ। ਮੇਨ ਗੱਲ ਹੈਗੀ ਕਿ ਗ੍ਰਾਮਰ ਦੀ, ਸਪੈਲਿੰਗ ਦੀ ਤੇ ਜੋ ਸੈਂਟੈਂਸ ਦਾ ਸਿੰਟੈਕਸ ਹੈਗਾ ਤੇ ਇਹ ਜੋ ਐਕਸਪਲੇਨੇਸ਼ਨ ਐਕਸਪੈਂਡ ਕਰ ਰਹੇ ਹੋ, ਜੋ ਤੁਸੀਂ ਗੱਲ ਕਰ ਰਹੇ ਹੋ, ਇਹਦੇ ਨਾਲ ਇਹ ਗੱਲ ਮਿਲਣੀ ਚਾਹੀਦੀ, ਮੇਲ ਖਾਣੀ ਚਾਹੀਦੀ ਹੈ। ਜੋ ਹੈਡਲਾਈਨ ਕਹਿ ਰਹੀ ਹੈ ਉਹਦੇ ਤੋਂ ਇਹ ਗੱਲ ਉੱਭਰ ਕੇ ਆਉਣੀ ਚਾਹੀਦੀ ਹੈ। ਠੀਕ ਹੈ, ਹੁਣ ਆਈ 12ਵੀਂ ਹੈਡਲਾਈਨ MLAs to declare assets on January 1 every year। MLA ਦਾ ਕੀ ਫੁੱਲ ਫਾਰਮ ਹੈ ਬੱਚੋ? ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, MLA। ਜਿਵੇਂ ਪਾਰਲੀਮੈਂਟ ਲਈ MP ਚੁਣੇ ਜਾਂਦੇ ਨੇ ਮੈਂਬਰ ਆਫ ਪਾਰਲੀਮੈਂਟ, ਤੇ ਵਿਧਾਨ ਸਭਾ ਦੇ ਲਈ MLA ਚੁਣੇ ਜਾਂਦੇ ਨੇ ਆਪਣਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਟੂ ਡਿਕਲੇਅਰ ਮੈਨੇ ਐਲਾਨ ਕਰਨੇ ਪੈਣਗੇ, ਪਬਲਿਕ ਸਾਹਮਣੇ ਜਾਣੇ ਪੈਣਗੇ। ਐਸੈਟਸ ਬਣੇ ਹੁੰਦੇ ਨੇ ਉਹਨਾਂ ਦਾ ਜੋ ਸਰਮਾਇਆ ਹੈਗਾ। ਠੀਕ ਹੈ, ਉਹਨਾਂ ਕੋਲ ਕਿੰਨੀ ਜ਼ਮੀਨ ਜਾਇਦਾਦ ਹੈਗੀ ਹੈ ਔਨ January 1 every year। ਸੋ ਇਹਨੂੰ ਦੋ ਢੰਗ ਨਾਲ ਇੱਦਾਂ ਲਿਖ ਸਕਦੇ ਹਾਂ, ਆਲ MLAs ਇਨ ਪੰਜਾਬ will have to declare their immovable ਦਾ ਮਤਲਬ ਅਚਲ, ਅਰਥਾਤ ਖੇਤ, ਫੈਕਟਰੀਆਂ, ਜ਼ਮੀਨ
ਜਿਹਦਾ ਕੈਸ਼ ਜਿਹੜਾ ਪੈਸਾ ਹੈ ਸੋਨਾ ਇਹ ਅਚਲ ਹੈਗਾ, ਅਸੀਂ ਚੱਕ ਕੇ ਲਿਜਾ ਸਕਦੇ ਹਾਂ, ਸੋਨਾ ਲਿਜਾਇਆ ਜਾ ਸਕਦਾ ਹੈ, ਪਰ ਜ਼ਮੀਨ ਕਿਤੇ ਲਿਜਾਈ ਨਹੀਂ ਜਾ ਸਕਦੀ। ਉਹਨੂੰ ਕਹਿੰਦੇ ਨੇ ਇਮੂਵੇਬਲ ਪ੍ਰੋਪਰਟੀ, ਅਚਲ, ਜਿਹੜੀ ਫਿਕਸ ਹੈਗੀ ਹੈ। ਕੋਈ ਫੈਕਟਰੀ ਹੈਗੀ ਹੈ, ਕੋਈ ਕੋਠੀ ਹੈਗੀ ਹੈ, ਕੋਈ ਜ਼ਮੀਨ ਹੈਗੀ ਹੈ, ਪਲਾਟ ਹੈਗੇ ਨੇ, ਖੇਤ ਹੈਗੇ ਨੇ, ਇਹਨਾਂ ਨੂੰ ਅਸੀਂ ਇਮੂਵੇਬਲ ਪ੍ਰੋਪਰਟੀ ਕਹਿੰਦੇ ਹਾਂ। ਸੋ ਸਾਰੇ ਐਮਐਲਏ ਨੂੰ ਪੰਜਾਬ ਦੇ ਵਿੱਚ ਆਪਣੀ ਇਮੂਵੇਬਲ ਪ੍ਰੋਪਰਟੀ ਡਿਕਲੇਅਰ ਕਰਨੀ ਪਏਗੀ ਔਨ January 1 every year ਅੰਡਰ ਅ ਨਿਊ ਬਿੱਲ ਪਾਸ ਇਨ ਦੀ ਸਟੇਟ ਅਸੈਂਬਲੀ ਟੂਡੇ। ਸਟੇਟ ਅਸੈਂਬਲੀ ਬਣੇ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਬਿੱਲ ਪਾਸ ਕੀਤਾ ਗਿਆ ਉਹਦੇ ਤਹਿਤ ਸਾਰੇ ਐਮਐਲਏਜ਼ ਨੂੰ ਆਪਣੀ ਪ੍ਰੋਪਰਟੀ ਇਮੂਵੇਬਲ ਪ੍ਰੋਪਰਟੀ ਡਿਕਲੇਅਰ ਕਰਨੀ ਪਏਗੀ, ਦੱਸਣੀ ਪਏਗੀ ਮੇਰੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ। ਫਿਰ ਅੱਗੇ ਲਿਖਿਆ ਦੀ ਮੇਨ ਆਪੋਜੀਸ਼ਨ ਪਾਰਟੀ, ਕਿਉਂਕਿ ਇਹ ਬੱਚੋ ਬਿੱਲ ਪਾਸ ਹੋਇਆ ਸੀ ਕਾਂਗਰਸ ਦੇ ਟਾਈਮ 'ਚ ਕੁਝ ਸਾਲ ਪਹਿਲਾਂ, ਉਹਦੇ ਆਪੋਜੀਸ਼ਨ ਪਾਰਟੀ ਜਿਹੜੀ ਸੀ ਆਪ ਸੀਗੀ, ਆਮ ਆਦਮੀ ਪਾਰਟੀ ਮੇਨ ਆਪੋਜੀਸ਼ਨ ਸੀਗੀ। ਸੋ ਦੀ ਮੇਨ ਆਪੋਜੀਸ਼ਨ ਪਾਰਟੀ ਆਪ ਵੈਲਕਮ ਦਾ ਮੂਵ, ਉਹਨਾਂ ਨੇ ਇਸ ਮੂਵ ਨੂੰ ਜੀ ਆਇਆਂ ਆਖਿਆ ਵੀ ਵਧੀਆ ਗਿਆ, ਵੀ ਵਧੀਆ ਕੰਮ ਹੈ, ਬਟ ਡਿਮਾਂਡਡ, ਪਰ ਇੱਕ ਉਹਨਾਂ ਨੇ ਨਾਲ ਮੰਗ ਰੱਖੀ that the MLAs should also declare their business interest, ਆਪਣੇ ਜਿਹੜੇ ਵਪਾਰਕ ਹਿੱਤ ਨੇ ਉਹਦੇ ਬਾਰੇ ਵੀ ਉਹਨਾਂ ਨੂੰ ਦੱਸਣਾ ਪਏਗਾ ਵੀ ਮੈਂ ਕਿਹੜਾ, ਕਈ ਵਾਰ ਕੀ ਹੁੰਦਾ ਬੱਚਿਓ, ਇੰਡੀਆ ਵਿੱਚ ਤਾਂ ਕਰਪਸ਼ਨ ਤੁਹਾਨੂੰ ਪਤਾ ਹੈ, ਸਭ ਨੂੰ ਪਤਾ ਹੀ ਹੈਗੀ ਬੜੀ ਹੈ। ਸੋ ਜਿਹੜੇ ਉਹ ਬਿੱਲ ਉਸ ਹਿਸਾਬ ਨਾਲ ਪਾਸ ਕਰਦੇ ਨੇ ਜਿਸ ਹਿਸਾਬ ਨਾਲ ਐਮਐਲਏ ਦਾ ਆਪਣਾ ਬਿਜ਼ਨਸ ਹੁੰਦਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਬਿਜ਼ਨਸ ਹੁੰਦਾ ਹੈ। ਸੋ ਉਹਦੇ ਵਿੱਚ ਕੀ ਹੁੰਦਾ ਹੈ, ਉਹ ਇਹੋ ਜਿਹੀ ਪਾਲਿਸੀ ਬਣਾਉਂਦੇ ਨੇ, ਇਹੋ ਜਿਹੀ ਨੀਤੀ ਬਣਾਉਂਦੇ ਨੇ ਕਿ ਸਾਰੀ ਮਲਾਈ ਇਹੀ ਖਾ ਜਾਂਦੇ ਨੇ। ਸੋ ਆਮ ਆਦਮੀ ਤੱਕ ਉਹ ਪਾਲਿਸੀ ਦਾ ਜਿਹੜਾ ਹੈ ਉਹ ਨਹੀਂ ਪਹੁੰਚ ਪਾਉਂਦਾ। ਸੋ ਇਹ ਤਾਂ ਕਹਿੰਦੇ ਵੀ ਇਹਦੀ ਜੋ ਇਹਦਾ ਉਹਦੇ ਬਿਜ਼ਨਸ ਇੰਟਰਸਟ ਨੇ ਉਹ ਵੀ ਡਿਕਲੇਅਰ ਕਰਨ। ਤੈਨੂੰ ਦੂਜੇ ਢੰਗ ਨਾਲ ਇਹਦਾ ਲਿਖ ਸਕਦੇ ਇਨ ਅ ਸਟੈਪ ਟੂਵਰਡ ਟਰਾਂਸਪੇਰੈਂਸੀ। ਟਰਾਂਸਪੇਰੈਂਸੀ ਮਾਨੇ ਪਾਰਦਰਸ਼ਤਾ, ਅਰਥਾਤ ਸਰਕਾਰ ਕੀ ਕਰ ਰਹੀ ਹੈ ਉਹਦੇ ਬਾਰੇ ਪਬਲਿਕ ਨੂੰ ਸਭ ਪਤਾ ਹੋਣਾ ਚਾਹੀਦਾ ਹੈ। ਸੋ ਇਨ ਅ ਸਟੈਪ ਟੂਵਰਡਸ ਟਰਾਂਸਪੇਰੈਂਸੀ ਦੀ ਪੰਜਾਬ ਗਵਰਨਮੈਂਟ ਔਨ ਮੰਡੇ ਅਪਰੂਵਡ ਮੈਨੇ ਪ੍ਰਵਾਨਗੀ ਦੇ ਦਿੱਤੀ। ਆ ਪ੍ਰਪੋਜ਼ਲ ਮੈਨੇ ਪ੍ਰਸਤਾਵ, ਜੋ ਉਹਨਾਂ ਨੇ ਇੱਕ ਸਲਾਹ ਪਾਈ ਸੀ ਉਹਨੂੰ ਅਪਰੂਵ ਕਰ ਦਿੱਤਾ। ਟੂ ਮੇਕ ਇਟ ਮੈਂਡੇਟਰੀ ਹੁੰਦਾ ਬੱਚਿਓ ਲਾਜ਼ਮੀ, ਕਾਨੂੰਨੀ ਤੌਰ 'ਤੇ ਲਾਜ਼ਮੀ। ਇੱਕ ਹੁੰਦਾ ਮੈਂਡੇਟਰੀ ਦਾ ਆਪੋਜ਼ਿਟ ਵਰਡ ਹੁੰਦਾ ਵੋਲੰਟਰੀ ਮੈਨੇ ਤੁਹਾਡੀ ਇੱਛਾ ਅਨੁਸਾਰ, ਤੁਸੀਂ ਡਿਕਲੇਅਰ ਕਰਨਾ ਚਾਹੋ ਤੇ ਕਰੋ, ਨਹੀਂ ਕਰਨਾ ਚਾਹੋ ਤੇ ਨਾ ਕਰੋ, ਉਹਨੂੰ ਕਹਿੰਦੇ ਵੋਲੰਟਰੀ। ਮੈਂਡੇਟਰੀ ਹੁੰਦਾ ਹੈ ਵਿਚ ਇਜ਼ ਰਿਕੁਆਇਰਡ ਬਾਈ ਲਾਅ, ਵੀ ਕਰਨਾ ਹੀ ਪਏਗਾ ਚਾਹੇ ਤੁਹਾਡਾ ਜੀ ਕਰੇ ਚਾਹੇ ਨਾ ਕਰੇ। ਸੋ ਮੇਕ ਇਟ ਮੈਂਡੇਟਰੀ ਫॉर ऑल दी MLAs टू डिक्लेयर देयर इमूवेबल प्रॉपर्टीज ऑन January 1 एवरी ईयर। ठीक है जी, आगे चलिए। ਹੁਣ ਆ ਗਈ 13ਵੀਂ, ਬਾਲੀ ਵੋਲਕੈਨੋ ਕੀਪਸ 에ਅਰਪੋਰਟ ਕਲੋਜ਼ਡ। ਹੁਣ ਬਾਲੀ ਕੀ ਹੈਗਾ ਬੱਚਿਓ, ਇੱਕ ਟੂਰਿਸਟ ਸਪੌਟ ਹੈ, ਸੈਰ ਸਪਾਟੇ ਦਾ ਬੜਾ ਮਸ਼ਹੂਰ ਥਾਂ ਹੈ। ਇਹ ਟਾਪੂ ਹੈਗਾ ਇੱਕ ਇੰਡੋਨੇਸ਼ੀਆ ਦਾ, ਤੇ ਇੰਡੋਨੇਸ਼ੀਆ ਉਹ ਦੇਸ਼ ਹੈ ਬੱਚਿਓ ਜੋ ਕਿ ਹਜ਼ਾਰਾਂ ਹੀ ਟਾਪੂਆਂ ਦਾ ਸਮੂਹ ਹੈਗਾ। ਸੋ ਮੈਂ ਜਹਾਜ਼ ਤੇ, ਪਾਣੀ ਵਾਲੇ ਜਹਾਜ਼ ਤੇ ਇੰਡੋਨੇਸ਼ੀਆ ਵੀ ਗਿਆ ਹੋਇਆ, ਹਾਲਾਂਕਿ ਬਾਲੀ ਵਾਲੇ ਟਾਪੂ ਤੇ ਨਹੀਂ ਮੈਂ ਕਦੀ ਗਿਆ, ਉੱਥੇ ਕੋਈ ਇੱਦਾਂ ਦਾ ਸੀਪੋਰਟ ਵੱਡਾ ਨਹੀਂ ਹੈਗਾ, ਪਰ ਬਾਲੀ ਮਤਲਬ ਕਿ 에ਅਰਪੋਰਟ ਜਿਹੜੇ ਇੰਡੋਨੇਸ਼ੀਆ ਵਿੱਚ ਬੜੀ ਵਾਰ ਗਿਆ। ਠੀਕ ਹੈ, ਸਾਡਾ ਜਹਾਜ਼ ਉੱਥੇ ਜਾਂਦਾ ਹੁੰਦਾ ਸੀਗਾ। ਇਹ ਬਿਲਕੁਲ ਸਿੰਗਾਪੁਰ ਦੇ ਆਪੋਜ਼ਿਟ ਹੈਗਾ, ਅਤੇ ਆਲੇ ਦੁਆਲੇ ਬਹੁਤ ਸਾਰੀਆਂ, ਜਿੱਦਾਂ ਤੁਸੀਂ ਇੰਡੀਆ ਦਾ ਹੱਦ ਖਤਮ ਹੁੰਦੀ ਹੈ ਆਪਣੇ ਵਾਲੇ ਪਾਸੇ, ਪੂਰਬ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ, ਅੰਡਮਾਨ ਨਿਕੋਬਾਰ ਜਿੱਥੇ ਖਤਮ ਹੁੰਦਾ, ਉੱਥੋਂ ਨਾਲ ਹੀ ਫਿਰ 에ਅਰਪੋਰਟ ਆਪਣਾ ਇੰਡੋਨੇਸ਼ੀਆ ਦੇ ਟਾਪੂ ਸ਼ੁਰੂ ਹੋ ਜਾਂਦੇ ਨੇ, ਅਤੇ ਉੱਤੇ ਤੱਕ ਫਿਲੀਪੀਨਸ ਤੱਕ ਜਾਂਦੇ ਨੇ, ਬੜੇ ਉੱਪਰ ਤੱਕ ਖਿਲਰੇ ਹੋਏ ਨੇ, ਬਹੁਤ ਸਾਰੇ ਟਾਪੂ ਨੇ ਨਾ। ਸੋ ਬਾਲੀ ਇੱਕ ਬੜਾ ਮਸ਼ਹੂਰ ਟਾਪੂ ਹੈ ਜਿੱਥੇ ਪੂਰੀ ਦੁਨੀਆ ਤੋਂ ਲੋਕ ਸੈਰ ਸਪਾਟਾ ਕਰਨ ਆਉਂਦੇ ਨੇ, ਘੁੰਮਣ ਆਉਂਦੇ ਨੇ ਇੱਥੇ। ਤੇ ਉੱਥੇ ਵੋਲਕੈਨੋ ਵੀ ਹੈਗਾ, ਜਵਾਲਾਮੁਖੀ ਵੀ ਹੈਗਾ। ਕੀਪਸ 에ਅਰਪੋਰਟ ਕਲੋਜ਼ਡ, ਅਰਥਾਤ ਬਾਲੀ ਦੇ ਜਵਾਲਾਮੁਖੀ ਨੇ 에ਅਰਪੋਰਟ ਬੰਦ ਰੱਖਿਆ। ਇਹਦਾ ਮਤਲਬ ਕੀ ਕੁਛ ਉਹ ਜਵਾਲਾਮੁਖੀ ਫਟ ਗਿਆ। ਠੀਕ ਹੈ, ਸੋ ਇਹ ਦੇਖੋ ਇੰਡੋਨੇਸ਼ੀਆ, ਕਿਉਂਕਿ ਬਾਲੀ ਜਿਹੜਾ ਹੈ ਇੰਡੋਨੇਸ਼ੀਆ 'ਚ ਹੈਗਾ। ਸੋ ਇੰਡੋਨੇਸ਼ੀਆ ਇਹ ਜਨਰਲ ਦੇਖੋ ਬੱਚੇ, ਤਾਂ ਹੀ ਮੈਂ ਕਹਿੰਦਾ ਵੀ ਤੁਹਾਨੂੰ ਅਖਬਾਰਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ, ਅਤੇ ਥੋੜ੍ਹੀ ਜਨਰਲ ਨੌਲੇਜ ਵੀ ਹੋਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹੀ ਹੈ ਕਿ ਇਹ ਜਿਹੜੀਆਂ ਐਕਸਰਸਾਈਜ਼ ਨੇ ਬਹੁਤ ਵਧੀਆ ਨੇ, ਇਹ 'ਚ ਤੁਹਾਡੀ ਦਿਮਾਗੀ ਕਸਰਤ ਵੀ ਹੈ, ਤੁਹਾਡੀ ਜਨਰਲ ਨੌਲੇਜ ਵਾਧਾ ਵੀ ਹੈ, ਤੁਹਾਡੀ ਅੰਗਰੇਜ਼ੀ ਦਾ ਅਭਿਆਸ ਵੀ ਹੈ। ਸੋ ਸਾਰੇ ਕੰਮ ਨਾਲ ਹੋ ਰਹੇ ਨੇ। ਸੋ ਇਹਨੂੰ ਤੁਸੀਂ ਇਹ ਚਾਰੋਂ ਵੀਡੀਓ ਜਿਹੜੇ ਬਣਨਗੇ ਨਿਊਜ਼ ਹੈਡਲਾਈਨਸ ਦੇ, ਇਹਨੂੰ ਬੜੀ ਰੀਝ ਨਾਲ ਕਰੋ, ਪ੍ਰੈਕਟਿਸ ਕਰੋ ਉੱਦਾਂ ਦੇ ਨਾਲ। ਠੀਕ ਹੈ, ਸੋ ਇੰਡੋਨੇਸ਼ੀਆ ਕੈਪਟ ਦੀ 에ਅਰਪੋਰਟ ਇਨ ਬਾਲੀ ਕਲੋਜ਼ਡ, ਅਰਥਾਤ ਇੰਡੋਨੇਸ਼ੀਆ ਨੇ, ਦੇਸ਼ ਨੇ, ਅਰਥਾਤ ਉਹਦੀ ਸਰਕਾਰ ਨੇ ਬਾਲੀ ਦੇ ਵਿਚਲਾ 에ਅਰਪੋਰਟ ਬੰਦ ਰੱਖਿਆ ਔਨ ਵੈਡਨਸਡੇ, ਬੁੱਧਵਾਰ ਨੂੰ ਵੀ। ਐਜ਼ ਦੀ ਐਸ਼ ਮੀਨਸ ਦੀ ਸਵਾਹ, ਕਿਉਂਕਿ ਚੋਂ ਲਾਵਾ ਨਿਕਲਦਾ, ਤਾਂ ਲਾਵਾ ਨਿਕਲਦਾ ਤੇ ਨਾਲ ਸਾਰੀ ਸਵਾਹ ਭੁੱਬਲ ਜਿਹੜੀ ਹੁੰਦੀ ਨਿਕਲਦੀ ਹੈ। ਐਜ਼ ਦੀ ਐਸ਼ ਫਰੋਮ ਦੀ ਇਰਪਟਿੰਗ ਵੋਲਕੈਨੋ ਨੇ ਫਟਦੇ ਹੋਏ ਜਵਾਲਾਮੁਖੀ ਵਿੱਚੋਂ ਸਵੈਪਟ ਮੈਨੇ ਖਿਲਾਰ ਦਿੱਤੀ। ਦੀ ਹੌਲੀਡੇ ਆਈਲੈਂਡ, ਇਹਨੂੰ ਹੌਲੀਡੇ ਆਈਲੈਂਡ ਕਿਹਾ ਜਾਂਦਾ ਹੈ, ਅਰਥਾਤ ਛੁੱਟੀਆਂ ਮਨਾਉਣ ਵਾਲਾ ਟਾਪੂ। ਇੱਥੇ ਕੋਈ ਕੰਮ ਕਾਰ ਨਹੀਂ ਹੈਗਾ, ਜ਼ਿਆਦਾਤਰ ਇੱਥੇ ਉਹ ਹੈਗਾ ਹੋਟਲ ਹੈਗੇ ਨੇ, ਅਤੇ ਹੋਰ ਰੈਸਟੋਰੈਂਟ ਹੈਗੇ ਨੇ, ਘੁੰਮਣ ਫਿਰਨ ਦਾ ਜ਼ਿਆਦਾ ਮੌਜ ਮਸਤੀ ਦਾ ਇੱਥੇ
लोग आते हैं। हॉलीडे आइलैंड इनू इस करके क्या बाली नू हॉलीडे आइलैंड क्या अर्थात छुट्टियां मनाने वाला टापू। लीविंग थाउजेंड्स ऑफ टूरिस्ट स्ट्रैंडेड, हजारों ही जो टूरिस्ट सैलानी सीगे वो फसे हुए स्ट्रैंडेड में फस गए, आइसोलेटेड कट्टे गए, क्योंकि एयरपोर्ट राही उन्होंने जाना अपने देशों में वापस जितों दी आए ने घूमन। स्टैंडर्ड एयरपोर्ट बंद हो गया। एयरपोर्ट क्यों बंद हो गया कि जी स्वाह निकलती पई है वो सारी खिलरती पई है, वो सारे टापू च किन्ने किलोमीटर दूर तक फैल गई है। दी एडमिनिस्ट्रेशन इज परसुएडिंग दी विलेजर्स नीयर दी क्रेटर, क्रेटर होंगे बच्चों ज्वालामुखी का वो मूँह जे चो लावा निकलता है, टू लीव द एरिया। कहते जड़ा प्रशासन भी है वो ज्वालामुखी के मूँह के लागे रेंदे जड़े पेंडू लोग ने जड़े उत्थे दे ਸਥਾਨਕ ਵਸਨੀਕ ਨੇ ਉਹਨਾਂ ਨੂੰ ਮਨਾ ਰਹੀ ਹੈ ਕਿ ਤੁਸੀਂ ਇੱਥੋਂ ਦੀ ਚਲੇ ਜਾਓ, ਤੁਹਾਡੀ ਜਾਨ ਨੂੰ ਖਤਰਾ ਹੈ। ਠੀਕ ਹੈ। ਤੇ ਦੂਜੇ ਤਰੀਕੇ ਨਾਲ ਇਦਾਂ ਲਿਖ ਸਕਦੇ ਹਾਂ, ਇੰਡੋਨੇਸ਼ੀਅਨ ਆਫੀਸ਼ੀਅਲਸ ਹੈਵ ਸ਼ਟ ਦਾ ਬਾਲੀ 에ਅਰਪੋਰਟ ਫॉर ਅ ਸੈਕਿੰਡ ਡੇ, ਅਰਥਾਤ ਇੰਡੋਨੇਸ਼ੀਆ ਦੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੇ ਬਾਲੀ 에ਅਰਪੋਰਟ ਨੂੰ ਦੂਜੇ ਦਿਨ ਵੀ ਬੰਦ ਕਰ ਦਿੱਤਾ ਹੈ ਐਜ਼ ਦੀ ਵੋਲਕੈਨੋ ਦੈਟ ਰਿਪਟਡ ਔਨ ਸੰਡੇ, ਕਿਉਂਕਿ ਉਹ ਜਵਾਲਾਮੁਖੀ ਜਿਹੜਾ ਐਤਵਾਰ ਨੂੰ ਫੁੱਟਿਆ ਸੀ is still spewing ash। spew ਹੁੰਦਾ ਬੱਚੋ ਥੋਕੇ ਬਾਹਰ ਸਿੱਟਣਾ, ਵੀ ਜਿੱਦਾਂ ਕੋਈ ਚੀਜ਼ ਬਾਹਰ ਸਿੱਟੀ ਜਾਂਦੀ ਪਾਈਪ ਰਾਹੀਂ ਕਿਸੇ, ਹੁਣ ਉਹ ਕੀ ਹੋ ਰਿਹਾ ਜਵਾਲਾਮੁਖੀ ਦੇ ਕ੍ਰੇਟਰ ਰਾਹੀਂ ਸਵਾਹ ਨਿਕਲਦੀ ਪਈ ਹੈ, ਸਟਿਲ ਸਪਿਊਇੰਗ ਮਾਨੇ ਹਾਲੇ ਵੀ ਸਿੱਟੀ ਜਾ ਰਿਹਾ ਇਨਟੂ ਦੀ ਐਟਮੋਸਫੀਅਰ, ਵਾਤਾਵਰਣ ਦੇ ਵਿੱਚ। ਆਫੀਸ਼ੀਅਲਸ ਟੋਲਡ एवरीवन ਲਿਵਿੰਗ ਵਿਦਿਨ 7 ਕਿਲੋਮੀਟਰ ਆਫ ਦੀ ਵੋਲਕੈਨੋ ਟੂ ਐਵੋਕੂਏਟ ਹੁੰਦਾ ਮੈਨੇ ਖਾਲੀ ਕਰ ਦੇਣਾ। ਆਫੀਸ਼ੀਅਲਸ ਨੇ ਅਥਾਰਟੀਜ਼ ਨੇ ਹਰ ਕਿਸੇ ਨੂੰ ਕਿਹਾ ਜੋ 7 ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰ ਰਹਿ ਰਿਹਾ ਵੋਲਕੈਨੋ ਦੇ, ਉੱਥੋਂ ਦੀ ਉਹਨੂੰ ਏਰੀਆ ਨੂੰ ਖਾਲੀ ਕਰ ਦੇਵੇ। ਹੁਣ ਬੱਚੋ ਜਿਹੜੀ ਐਸ਼ ਹੈਗੀ ਹੈ ਇਹਦੀ ਕੀ ਮੁਸੀਬਤ ਹੈ, ਐਸ਼ ਤੇ ਬੱਚੋ ਕਿੰਨੇ ਹੀ ਕਿਲੋਮੀਟਰ ਉੱਤੇ ਤੱਕ 3-4 ਕਿਲੋਮੀਟਰ ਤੱਕ ਉੱਤੇ ਸਿੱਟੀ ਜਾਂਦੀ ਹੈ ਤੇ ਉੜ ਕੇ ਦੂਰ ਦੂਰ ਤੱਕ ਖਿਲਰ ਜਾਂਦੀ ਹੈ। 에ਅਰਪੋਰਟ ਕਿਉਂ ਬੰਦ ਕਰਨਾ ਪਿਆ ਬੱਚੋ, ਕਿਉਂਕਿ ਇਹ ਐਸ਼ ਬੜੀ ਮਹੀਨ ਹੁੰਦੀ ਹੈ, ਬੜੀ ਬਰੀਕ ਹੁੰਦੀ ਹੈ, ਤੇ ਜਿਹੜੇ ਹਵਾਈ ਜਹਾਜ਼ ਲੈਂਡ ਕਰਨਗੇ ਜਾਂ ਟੇਕ ਆਫ ਕਰਨਗੇ ਤੇ ਉਹ ਐਸ਼ ਦੇ ਵਿੱਚੋਂ ਹੀ ਜਾਣਗੇ। ਹੁਣ ਇਹ ਐਸ਼ ਇੰਨੀ ਖਤਰਨਾਕ ਹੈ ਬੱਚਿਓ, ਇਹ ਐਰੋਪਲੇਨ ਦੇ ਇੰਜਨ ਨੂੰ ਡੈਮੇਜ ਕਰ ਸਕਦੀ ਹੈ, ਤੇ ਕਈ ਵਾਰ ਇੱਦਾਂ ਵੀ ਹੁੰਦਾ ਜੇ ਐਸ਼ ਅੰਦਰ ਜਾ ਕੇ ਤੇ ਫਸ ਜਾਵੇ ਤੇ ਇੰਜਨ ਫੇਲ ਵੀ ਹੋ ਸਕਦਾ, ਤੇ ਜੇ 에ਅਰਪੋਰਟ ਹਵਾਈ ਜਹਾਜ਼ ਦਾ ਇੰਜਨ ਫੇਲ ਹੋ ਜਾਏ ਤੇ ਫਿਰ ਐਰੋਪਲੇਨ ਕ੍ਰੈਸ਼ ਵੀ ਹੋ ਜਾਏਗਾ। ਦੂਜੀ ਗੱਲ ਇਹ ਜਿਹੜੇ ਇੰਜਨ ਹੈਗੇ ਨੇ ਉਹਦੇ ਅੰਦਰ ਜੋ ਸਿਸਟਮ ਹੁੰਦਾ ਫਿਊਲ ਦਾ, ਪੈਟਰੋਲ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਏਵੀਏਸ਼ਨ ATF ਕਹਿੰਦੇ ਹਾਂ, ਜਿਹੜਾ ਜਿੱਦਾਂ ਅਸੀਂ ਪੈਟਰੋਲ ਔਰ ਡੀਜ਼ਲ ਗੱਡੀਆਂ 'ਚ ਵਰਤਦੇ ਹਾਂ ਨਾ, ਤੇ ਜਿਹੜਾ ਫਿਊਲ ਵਰਤਿਆ ਜਾਂਦਾ ਹੈ ਹਵਾਈ ਜਹਾਜ਼ਾਂ ਵਿੱਚ ਉਹਨੂੰ ਕਿਹਾ ਜਾਂਦਾ ਹੈ ATF, 에ਅਰ ਟਰਬਾਈਨ ਫਿਊਲ, ਉਹਨੂੰ 에ਅਰ ਟਰਬਾਈਨ ਫਿਊਲ ਕਿਹਾ ਜਾਂਦਾ ਹੈ। ਤੇ ਉਹਦਾ ਜੋ ਸਰਕਟ ਹੈ, ਉਹਦੇ ਪਾਈਪ ਪੂਈਪ ਬਣੇ ਹੋਏ ਨੇ, ਵਾਲ ਬਣੇ ਹੋਏ ਨੇ, ਉਹਨਾਂ 'ਚ ਫਸ ਕੇ ਉਹਨੂੰ ਜਾਮ ਕਰ ਸਕਦਾ। ਉਹਦਾ ਕੂਲਿੰਗ ਸਿਸਟਮ ਹੁੰਦਾ ਹੈ ਇੰਜਨ ਨੂੰ ਠੰਡਾ ਰੱਖਣ ਲਈ, ਉਹ ਸਿਸਟਮ ਨੂੰ ਇਹ ਜਿਹੜੀ ਸਵਾਹ ਹੈਗੀ ਹੈ ਇਹ ਜਾਮ ਕਰ ਸਕਦੀ ਹੈ। ਇਸ ਕਰਕੇ ਬੱਚਿਓ ਇਹ ਸਾਵਧਾਨੀ ਇਖਤਿਆਰ ਕਰਨੀ ਪੈਂਦੀ ਹੈ। ਤੇ ਦੂਜੀ ਗੱਲ ਜਿਹੜੇ ਉਹ ਸਾਰੀ ਖਿਲਰੀ ਹੋਏਗੀ ਐਸ਼, ਤੇ ਪਾਇਲਟਾਂ ਨੂੰ ਉਤਰਨ ਲੱਗੇ ਚੜ੍ਹਨ ਲੱਗੇ ਦਿਖੇਗਾ ਕੁਛ ਨਹੀਂ ਜਦੋਂ ਧੁੰਦ ਪੈ ਜਾਂਦੀ ਹੈ, ਸੋ ਪਾਇਲਟ ਦੀ ਵਿਜ਼ੀਬਿਲਿਟੀ 'ਤੇ ਵੀ ਬੜਾ ਮਾੜਾ ਅਸਰ ਪੈਂਦਾ। ਇਸ ਕਰਕੇ 에ਅਰਪੋਰਟ ਬੰਦ ਕੀਤੇ ਜਾਂਦੇ ਨੇ ਜਦੋਂ ਲਾਗੇ ਛਾਗੇ 에ਅਰਪੋਰਟ ਦੇ ਲਾਗੇ ਛਾਗੇ ਕਿਤੇ ਜਵਾਲਾਮੁਖੀ ਫਟ ਜਾਵੇ। ਸੋ ਇਹ ਤੁਹਾਡੀ ਨੌਲੇਜ ਵਿੱਚ ਵਾਧਾ ਕਰਨ ਲਈ ਦੱਸਿਆ ਵੀ ਤੁਸੀਂ ਹੈਰਾਨ ਹੋਵੋਗੇ ਵੀ ਜੇ ਜਵਾਲਾਮੁਖੀ ਫਟਿਆ ਹੈ ਤੇ 에ਅਰਪੋਰਟ ਬੰਦ ਕਰਨ ਦੀ ਕੀ ਲੋੜ ਹੈ, ਕਿਉਂਕਿ ਜਿਹੜੀ ਹਵਾ ਵਿੱਚ ਸਵਾਹ ਸਸਪੈਂਡਡ ਹੈ, ਖਿਲਰੀ ਹੋਈ ਹੈ, ਉਹ ਜਹਾਜ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਜਹਾਜ਼ ਦਾ ਐਕਸੀਡੈਂਟ ਵੀ ਹੋ ਸਕਦਾ। ਠੀਕ ਹੈ। 14 श्रीलंका क्रैशेस टू एम्बैरेसिंग इनिंग्स डिफीट, अर्थात क्रैशेस मैंने भी धड़म करके डिगया, फट्टड़ हो गया, डिगया अर्थात हार गया। एम्बैरेसिंग मैंने शर्मिंदगी वाली, इनिंग्स मैंने बैटिंग डिफीट। ठीक है। सो इन्होंने साफ पता लगता है कि यह किसी क्रिकेट के मैच की, क्रिकेट का जो मैच होया वो हैडलाइन है। सो दी रिकॉर्ड डिफीट इन दी सैकेंड टेस्ट इन कोलकाता ऑन मंडे, मतलब कि एक रिकॉर्ड तोड़वी जी हार सी दूजे टेस्ट विच इन कोलकाता कलकत्ते विच ऑन मंडे सोमवार ਨੂੰ वाज अ ह्यूमिलेटिंग एक्सपीरियंस फॉर दी श्रीलंकन प्लेयर्स। श्रीलंका के खिडारियों लिए यह एक बड़ा बेइज्जती भरिया शर्मनाक तजर्बा सी। हू हैड नॉट एक्सपैक्टेड दिस इन देयर वाइल्डेस्ट ड्रीम्स, ਜਦੋਂ इदा लिखना हो ना वाइल्डेस्ट ड्रीम्स, भी कभी सोचा भी नहीं सी भी इदा होएगा, कभी भी नहीं सोचा सीगा, मतलब कि हू हैड नॉट एक्सपैक्टेड दिस इन देयर, उन्होंने कभी अपने चित चेते च नहीं सोचा सी भी इन्नी बुरी हालत हो जाएगी उन्होंने। श्रीलंका कोच कॉल्ड इट अ हाईली एम्बैरेसिंग परफॉर्मेंस, श्रीलंका के कोच ने इनू बड़ा शर्मिंदगी भरी प्रदर्शन दस्या अपनी टीम वास्ते। तो दूजा असीं कह सकते हैं श्रीलंका सफर्ड एम्बैरेसिंग इनिंग्स एंड 173 रन डिफीट इन दी सैकेंड टेस्ट एट लाहौर अगेंस्ट पाकिस्तान। ये तो कुछ भी लिख दो बच्चे, तुम लाहौर लिख दो, मैं कोलकाता, मैनू क्रिकेट की नॉलेज तो है नहीं,
मैं कभी क्रिकेट मैच जिंदगी कभी देखा नहीं अज तक, ना कभी कमेंट्री सुनी है। सो मैं तो आप एक्सरसाइज करने आप डंड कड्ढण ते आप खेडण विश्वास करदा। खिडारियों नूं खेडदे देख के ताड़ियां बजाण विश्वास नहीं करता, उन्हां की फायदा होंदा। सो आप खेडो, तुहाडी सेहत बनेगी, तुहाडा मनोरंजन होएगा। सो मैं अज तक बच्चों क्रिकेट का कभी कोई जिंदगी मैच नहीं देखा, पर चलो यह नॉलेज तो तुहानूं होनी चाहिए ना भी है सारी वही बनकर सेंटेंस बनाना तो आना चाहिए। इनिंग्स का मतलब बैटिंग होंगी है कि श्रीलंका सफर्ड एम्बेरसिंग इनिंग्स एंड 173 रन डिफीट, अर्थात श्रीलंका ने 173 रन वाली तो इनिंग्स की बैटिंग की जी है बड़ी शर्मिंदगी भरी जी है हार झली इन दी सैकेंड टेस्ट, दूजे टेस्ट में लाहौर विखे अगेंस्ट पाकिस्तान खेडते हुए। एन एंग्री श्रीलंका कोच, अर्थात गुस्से भरिया जो श्रीलंका का कोच सी सैड ने कहा हिज प्लेयर शुड बी एम्बरेस्ड अबाउट देयर पुअर परफॉर्मेंस, वो खिडारियों मतलब श्रीलंका के खिडारियों अपने इस माड़े प्रदर्शन लिए शर्म महसूस करनी चाहिए है। फिर आ गया अश्विन फास्टेस्ट टू 300 क्लब। हम बच्चे भी साफ पता लगता है कि है मतलब क्रिकेट की वो हैगी है हैडलाइन। अश्विन खिडारी है कोई अपना जोड़ा क्रिकेट का फास्टेस्ट मैंने सब तो तेज 300 क्लब 300 का क्लब 300 का क्लब कहड़ा भी 300 विकटा लैन वाला अज तक भी 300 विकटा किने लिया ने टेस्ट मैचों के सब तो घट मैचों में लैन वाला हुण अश्विन बन गया फास्टेस्ट मैंने सब तो तेज। ठीक है। सो इंडियन एस स्पिनर के गेंद स्पिन करते हैं घुमा देंगे है ना, मतलब कि वो फिरकी दे के बॉलिंग करते हैं। एस मैंने नंबर शिखरला पहले नंबर का इंडियन एस स्पिनर अश्विन टिकड ऑफ येट अनदर माइलस्टोन ने मील पत्थर एक होर मील पत्थर तय उन्हें अपनी नाम लिखा लिया। टिकड ऑफ ने अर्थात इन्हें पहले भी कोई ना कोई रिकॉर्ड होर बनाए होंगे तां इदां असीं कहने टिकड ऑफ येट अनदर माइलस्टोन, एक होर मील पत्थर उन्हें सर कर लिया। ड्यूरिंग द सेकंड टेस्ट दौरान इन नागपुर अगेंस्ट श्रीलंका के खिलाफ इन नागपुर वैन ही बिकेम द फास्टेस्ट टू 300 टेस्ट विकेट्स, जदों वो 300 टेस्ट विकटा लैन वाला सब तो तेज खिडारी बन गया। फास्ट मैंने सब तो घट मैचों के सब तो घट टेस्ट मैचों के 300 विकटा उन्हें लै ली। तो दूजे तरीके ने लिख सकते ऑन मंडे अर्थात सोमवार को इंडियाज प्रीमियर मैंने भी होंगे शिखरला ऑफ स्पिनर रविचंद्रन अश्विन बिकेम द फास्टेस्ट बॉलर इन द हिस्ट्री ऑफ टेस्ट क्रिकेट टू टेक 300 टेस्ट विकेट्स। मतलब कि जो रविचंद्रन अश्विन है वो सब तो तेज बॉलर टेस्ट क्रिकेट के इतिहास बनया जिन्हें 300 टेस्ट विकटा लिया। सो ऐसी प्यारे विद्यार्थियों थोड़ियां अगलियां 5 न्यूज़ हैडलाइनस की एक्सप्लेनेशन। सो तुसी प्यारे विद्यार्थियों इसी तरह नेम के नाल उत्साह के नाल अनुशासन के नाल डट के ते अपनी मेहनत करी जाओ, पढ़ाई करी जाओ डट के ते खूब तरक्कियां माणो। ते अगले वीडियो तक लिए गुड बाय। बड़ा सारिਆਂ ਦਾ बहुत बहुत धन्यवाद। रब रखा। थैंक यू वेरी मच।